ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਪ੍ਰਾਈਮ ਟਾਈਮ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜਿਹੜੇ ਮਾਹੌਲ 'ਚੋਂ ਆਪਾਂ ਨਿਕਲ ਰਹੇ ਹਾਂ, ਕੋਵਿਡ-19 ਜਿਹਨੂੰ ਨਾਂ ਦਿੱਤਾ ਗਿਆ ਇੱਕ ਮਹਾਂਮਾਰੀ ਦਾ, ਅਤੇ ਇਹਨੂੰ ਲੈ ਕੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਸਾਡੇ ਆਲੇ ਦੁਆਲੇ ਚੱਲਦੀਆਂ ਰਹਿੰਦੀਆਂ ਨੇ। ਇਸ ਵੇਲੇ ਕੈਨੇਡਾ ਫੇਸ ਕਰ ਰਿਹਾ ਇੱਕ ਵੱਡੀ ਮੂਵਮੈਂਟ ਨੂੰ, ਅਤੇ ਹੁਣ ਮੈਂ ਮੂਵਮੈਂਟ ਬਾਰੇ ਕੋਈ ਸਵਾਲ ਕਰਨੇ ਆ ਆਪਣੇ ਜਿਹੜੇ ਮੇਰੇ ਗੈਸਟ ਨੇ ਪ੍ਰੇਮ ਗਿੱਲ ਹਰੀ ਅਤੇ ਹਰਪ੍ਰੀਤ ਹਰੀ। ਕਾਫੀ ਸਾਰੀ ਇਹਨਾਂ ਸਾਨੂੰ ਜਾਣਕਾਰੀ ਭਰਪੂਰ ਗੱਲਾਂ ਦੱਸੀਆਂ ਨੇ ਕਿ ਅਸਲ ਦੇ ਵਿੱਚ ਜਦੋਂ ਵੀ ਕੋਈ ਟੈਕਨੋਲੋਜੀ ਨਵੀਂ ਆਉਂਦੀ ਆ ਉਹਦੀ ਟੈਸਟਿੰਗ ਹੁੰਦੀ ਆ। ਉਹਨਾਂ ਨੇ ਮਿਸਾਲਾਂ ਦੇ ਕੇ ਦੱਸੀਆਂ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ, ਨਾਲ ਉਹਨਾਂ ਨੇ ਉਹ ਵਾਇਰਸ ਜਿਹੜੇ ਉਹਨਾਂ ਦੇ ਨਾਂ ਵੀ ਦੱਸੇ। ਔਰ ਇਹ ਵਾਇਰਸ ਜਿਹੜੇ ਆ ਜਿਹੜੀਆਂ 68 ਦੁਨੀਆ ਦੀਆਂ ਰਿਪਿਊਟਡ ਲੈਬ ਨੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਕੋਈ ਵੀ ਇਸ ਤਰ੍ਹਾਂ ਦਾ ਆਈਸੋਲੇਟ ਕਰਕੇ ਇਹਨੂੰ ਨਹੀਂ ਵੇਖ ਸਕਦੇ, ਕੋਈ ਵਾਇਰਸ ਇੱਦਾਂ ਦਾ ਉਹਨਾਂ ਨੂੰ ਨਹੀਂ ਲੱਭਿਆ। ਦੂਜੇ ਪਾਸੇ ਵੈਕਸੀਨ ਜਿਹੜੀ ਆ ਉਹ ਲਗਾਤਾਰ ਸਾਨੂੰ ਦਿੱਤੀ ਜਾ ਰਹੀ ਆ। ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਬਿਲੀਅਨ ਡਾਲਰ ਕਮਾ ਰਹੀਆਂ ਨੇ, ਅਤੇ ਜਿਹੜਾ ਸਾਡਾ ਸਮਾਲ ਬਿਜ਼ਨਸ ਆ, ਛੋਟਾ ਦੁਕਾਨਦਾਰ ਭਾਈਚਾਰਾ ਆ, ਜਾਂ ਜਿਹੜੇ ਜੋਬਾਂ 'ਤੇ ਕਰਨ ਵਾਲੇ ਲੋਕ ਆ, ਉਹਨਾਂ ਦਾ ਦਮ ਜਿਹੜਾ ਘੁੱਟ ਰਿਹਾ, ਟਾਈਟ ਹੋ ਰਿਹਾ। ਇਹ ਇਹਨਾਂ ਦਾ ਮੇਨ ਜਿਹੜਾ ਹੈਗਾ ਕਿ ਇਹ ਐਂਟੀ ਪੀਪਲ ਇੱਕ ਕਿਸਮ ਦਾ ਐਕਟ ਆ ਸਰਕਾਰਾਂ ਦਾ ਅਤੇ ਕਾਰਪੋਰੇਟ ਦਾ ਮਿਲ ਕੇ, ਜਿਹੜੀ ਗੱਲ ਨੂੰ ਇਹ ਹਾਈਲਾਈਟ ਕਰਦੇ ਨੇ। ਅੱਛਾ, ਮੇਰਾ ਹੁਣ ਸਵਾਲ ਤੁਹਾਨੂੰ ਦੋਨਾਂ ਨੂੰ ਮੈਂ ਕਰਦਾ, ਕਿਉਂਕਿ ਹਰਪ੍ਰੀਤ ਨਹੀਂ ਕਈ ਵਾਰ ਵਿੱਚ ਬਹੁਤਾ ਪਾਰਟੀਸਪੇਟ ਨਹੀਂ ਕਰਦੇ। ਤੁਸੀਂ ਆਪਣੀ ਗੱਲ ਜਿਹੜੀ ਉਹ ਸਾਡੇ ਨਾਲ ਸਾਂਝੀ ਜ਼ਰੂਰ ਕਰਿਆ ਕਰੋ। ਜ਼ਰੂਰੀ ਨਹੀਂ ਵੀ ਤੁਹਾਨੂੰ ਕੋਈ ਮੈਡੀਸਨ ਦਾ ਹੀ ਸਵਾਲ ਪੁੱਛ ਰਹੇ ਸੀ, ਜਨਰਲ ਅਵੇਅਰਨੈਸ ਲਈ ਬੈਠੇ ਆਪਾਂ ਨਾ ਸਾਰੇ ਜਾਣੇ। ਅਤੇ ਮੇਰਾ ਹੁਣ ਸਵਾਲ ਤੁਹਾਡੇ ਲਈ ਇਹ ਸੀਗਾ, ਪਹਿਲਾਂ ਤਾਂ ਥੋੜ੍ਹਾ ਜਿਹਾ ਟੈਕਨੀਕਲ ਤੁਹਾਡੇ ਵਾਸਤੇ, ਜਿਹੜੀਆਂ ਇਹਨਾਂ ਨੇ ਮੈਡੀਸਨ ਆਈਆਂ 3-4 ਕੰਪਨੀਆਂ ਦੀਆਂ, ਪਹਿਲਾਂ ਕਿਹਾ ਗਿਆ ਕਿ ਫਾਈਜ਼ਰ ਵਾਲਾ ਫਾਈਜ਼ਰ ਹੀ ਲਵਾਊਗਾ, ਮਡਰਨਾ ਵਾਲਾ ਮਡਰਨਾ ਹੀ ਲਵਾਵੇ। ਬਾਅਦ ਜਦੋਂ ਇੱਕ ਦਵਾਈ ਘਟ ਜਾਂਦੀ ਆ, ਫਿਰ ਉਹ ਮਿਕਸ ਮੈਚ ਵਾਲਾ ਫਾਰਮੂਲਾ ਕੱਢ ਲਿਆਉਂਦੇ ਆ। ਇੰਗਲੈਂਡ ਤੋਂ ਚੱਲਿਆ ਸੀ ਜੀ ਮਿਕਸ ਮੈਚ, ਫਿਰ ਕਈ ਮੁਲਕ ਜਿਹੜੇ ਆ ਉਹ ਮਿਕਸ ਮੈਚ ਵਾਲਿਆਂ ਨੂੰ ਐਂਟਰੀ ਨਹੀਂ ਦਿੰਦੇ। ਫਿਰ ਪਹਿਲਾਂ ਕਿਹਾ ਗਿਆ ਕਿ ਨਹੀਂ ਜੀ ਇਹ 50 ਸਾਲ ਦੇ ਉੱਤੇ ਲੋਕਾਂ ਨੂੰ ਹੀ ਲੱਗੂਗਾ। ਫਿਰ ਹੌਲੀ ਹੌਲੀ ਏਜ ਘਟਾਉਂਦੇ ਹੁਣ ਬੱਚਿਆਂ ਨੂੰ ਵੀ ਕਹਿ ਦਿੱਤਾ 12 ਸਾਲ ਤੱਕ ਦੀ ਲਿਮਿਟ ਸੀਗੀ, ਹੁਣ ਤਾਂ ਮੇਰੇ ਖਿਆਲ 2 ਸਾਲ, ਮੈਂ ਕਿਹਾ ਜੰਮਦੇ ਬੱਚੇ ਨੂੰ ਇਹ ਇੰਜੈਕਸ਼ਨ ਲੱਗ ਜਾਇਆ ਕਰਨਗੇ। ਸੋ ਇਹ ਸਾਰੀ ਗੇਮ ਜਿਹੜੀ ਆ ਇਹਦੇ ਪਿੱਛੇ ਕੀ ਮਤਲਬ ਚੱਲ ਵੀ ਜ਼ਿਆਦਾ ਤੋਂ ਜ਼ਿਆਦਾ ਮੈਡੀਸਨ ਬਾਜ਼ਾਰ 'ਚ ਸੁੱਟੀ ਜਾਵੇ, ਪੈਸਾ ਹੋਰ ਇਕੱਠਾ ਹੋ ਜਾਏ ਡਾਲਰ, ਜਾਂ ਇਹਦੇ ਪਿੱਛੇ ਕੋਈ ਹੋਰ ਵੀ ਸਕੀਮ ਹੈ? ਭਾਜੀ, there is no money in healthy people, there is no money in dead people, money lies right in the middle. ਸੋ ਤੁਹਾਨੂੰ ਡਿਪੈਂਡ ਕਰਨਾ ਆ ਤੁਹਾਡੀ ਇਮਿਊਨਿਟੀ, ਜਿਹੜੀ ਨੈਚੁਰਲ ਇਮਿਊਨਿਟੀ ਹੈ। ਜਿੰਨੀ ਵਾਰ ਤੁਸੀਂ ਵੈਕਸੀਨ ਲਓਗੇ ਤੁਹਾਡੀ ਨੈਚੁਰਲ ਇਮਿਊਨਿਟੀ ਵੀਕ ਹੁੰਦੀ ਜਾਊਗੀ। ਇੱਕ ਟਾਈਮ ਇੱਦਾਂ ਆਊਗਾ, ਹੁਣ ਮੇਰੇ ਇੱਦਾਂ ਦੀ ਵੀ ਰਿਸਰਚ ਆ ਰਹੀ ਆ ਹੁਣ ਕਿ ਹੁਣ ਏਡਜ਼ ਵਾਪਸ ਆਊਗੀ, ਕਿਉਂਕਿ ਤੁਹਾਡੀ ਨੈਚੁਰਲ ਇਮਿਊਨਿਟੀ ਡਾਊਨ ਹੋ ਜਾਣੀ ਆ, ਅਤੇ ਜਿਹੜਾ ਆਮ ਫਲੂ ਵੀ ਹੁੰਦਾ ਉਹ ਵੀ ਤੁਹਾਨੂੰ ਲੈ ਕੇ ਬਹਿ ਜਾਇਆ ਕਰੂਗਾ। ਸੋ ਕੋਈ ਡਾਕਟਰ ਤੁਹਾਨੂੰ ਇਹ ਨਹੀਂ ਦੱਸਦਾ ਕਿ ਤੁਸੀਂ ਆਪਣੀ ਇਮਿਊਨਿਟੀ ਸਟਰੋਂਗ ਕਿਵੇਂ ਕਰਨੀ ਆ। ਸੋ ਦੇ ਆਰ ਬੇਸਿਕਲੀ ਟਰਾਈਂਗ ਟੂ ਸੈਲ ਯੂ ਸਮਥਿੰਗ again and again and again and again so that you become their repeat customers. They don't want you to stand on your own feet. ਤੁਸੀਂ ਆਪਣੇ ਪੈਰਾਂ 'ਤੇ ਕਿੱਦਾਂ ਖੜੇ ਹੋਣਾ, ਤੁਸੀਂ ਆਪਣੀ ਸਿਹਤ ਦਾ ਆਪ ਕਿਵੇਂ ਖਿਆਲ ਰੱਖਣਾ, ਉਹ ਕੋਈ ਡਾਕਟਰ ਨਹੀਂ ਦੱਸਦਾ। ਡਾਕਟਰ ਹਰਪ੍ਰੀਤ, ਮੈਂ ਇਹ ਗੱਲ ਤੁਹਾਡੇ ਤੋਂ ਯਾਦ ਆ ਰਹੀ, ਮੈਂ ਪਿੱਛੇ BBC ਦੀ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ ਕਿ ਜਿਹੜੇ ਅਸੀਂ ਮਲਟੀਵਿਟਾਮਿਨ ਲੈਂਦੇ ਹਾਂ, ਉਹ ਕਹਿੰਦੇ ਇਹਦੇ ਲੈਣ ਦਾ ਪਿੱਛੇ ਕੀ ਕਾਰਨ ਹੈ, ਕਿਉਂ ਲੈਂਦੇ ਹਾਂ? ਚੰਗਾ ਭਲਾ ਬੰਦਾ ਹੁੰਦਾ ਮਲਟੀਵਿਟਾਮਿਨ ਜਾ ਕੇ ਦੇਖ ਰਿਹਾ ਫਲਾਣਾ ਲੈਣਾ ਫਲਾਣਾ, ਉਹ ਕਿਉਂ ਲੈਂਦੇ ਆ ਅਤੇ ਉਹਦੇ ਪਿੱਛੇ ਕੀ ਸਾਡੀ ਜਿਹੜਾ ਮਾਈਂਡ ਸੈਟ ਹੈ ਉਹ ਕੀ ਆ? ਉਹ ਇਹੀ ਹੈ ਜੀ ਡਾਕਟਰ, ਸਾਨੂੰ ਮੈਂ ਬੇਸਿਕਲੀ ਗੱਲ ਇਹੀ ਹੈ ਕਿ ਦੇ ਵਾਂਟ ਸੈਲ ਯੂ ਸਮਥਿੰਗ। ਤੁਹਾਨੂੰ ਵੇਚਣਾ ਚਾਹੁੰਦੇ ਆ ਕੁਛ, ਤੁਹਾਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਕਿ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆ। ਹਾਲਾਂਕਿ ਬਹੁਤ ਲੋਕ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਸਿੰਪਟਮ ਕੋਈ ਨਹੀਂ ਹੁੰਦਾ, ਕੋਈ ਵਿਟਾਮਿਨ B12 ਦੀ ਕਮੀ ਨਹੀਂ, ਬਲੱਡ ਟੈਸਟ ਉਹਨਾਂ ਦਾ ਠੀਕ ਹੈ, ਕੋਈ ਕਮੀ ਨਹੀਂ। ਸਿਰਫ ਕਈ ਲੋਕ ਹੁੰਦੇ ਹੱਡੀਆਂ ਵਾਸਤੇ ਅਸੀਂ ਲੈਣਾ ਹੈ ਜੀ, ਹੱਡੀਆਂ ਸਟਰੋਂਗ ਹੋਣ, ਜਾਂ ਅਸੀਂ ਤਾਕਤ ਵਾਸਤੇ ਲੈਣੇ ਆ ਜੀ। ਤੁਸੀਂ ਤਾਕਤ ਆਪਣੀ ਜੇ ਕਰਨੀ ਆ ਨਾ, ਤੁਸੀਂ ਆਪਣੀ ਖੁਰਾਕ 'ਤੇ ਕਰੋ। ਜਿਹੜੀ ਚੀਜ਼ ਧਰਤੀ ਤੋਂ ਨਿਕਲਦੀ ਆ ਉਹਦੇ ਵਿੱਚ ਹੀ ਤਾਕਤ ਹੈ। ਹੁਣ ਕਿਸੇ ਗੋਲੀ ਦੇ ਵਿੱਚ ਤਾਕਤ ਨਹੀਂ ਹੈਗੀ, ਉਹ ਇਟਸ ਨਾਟ ਅਲਾਈਵ। ਸੋ ਜਿਹੜੀ ਅਸਲੀ ਤਾਕਤ ਹੈ ਨਾ, ਤੁਹਾਨੂੰ ਲਾਈਵ ਫੂਡ 'ਚ ਆਊਗੀ। ਡਾਕਟਰ ਹਰਪ੍ਰੀਤ, ਹੁਣ ਤੇ ਕਹਿੰਦੇ ਆ ਫੂਡ ਵੀ ਕੈਪਸੂਲ ਆ ਗਿਆ, ਫੂਡ ਉਹ ਖਾ ਲਓ ਤੇ ਭੁੱਖ ਲੱਗਦੀ ਨਹੀਂ, ਰੋਟੀ ਕੁਝ ਖਾਣ ਦੀ ਲੋੜ ਹੀ ਨਹੀਂ। ਦੇਖੋ ਜੀ, ਅੱਧੀਆਂ ਦਵਾਈਆਂ ਸਾਡੇ ਕਿਚਨ 'ਚ ਪਈਆਂ, ਅੱਧੀਆਂ ਸਾਡੇ ਬੈਕਯਾਰਡ 'ਚ ਪਈਆਂ। ਸੋ ਮੈਂ ਤਾਂ ਇਹ ਕਹਿੰਦਾ ਹੁੰਦਾ ਜੀ, ਅੱਜ ਕੱਲ੍ਹ ਦੇ ਡਾਕਟਰਾਂ ਨਾਲੋਂ ਸਾਡੇ ਬਜ਼ੁਰਗ ਸਿਆਣੇ ਸੀ। ਕਿਉਂ? ਉਹਨਾਂ ਦੀਆਂ ਤੁਸੀਂ ਆਪਣੀਆਂ ਵੀ ਫੋਟੋਆਂ ਕੱਢ ਕੇ ਦੇਖ ਲਓ, ਤੁਸੀਂ ਤਾਂ ਵੈਸੇ ਹੈਲਦੀ ਲੱਗਦੇ ਆ। ਜਿਹੜੇ ਤੁਹਾਡੇ ਬਜ਼ੁਰਗ ਹੋਣਗੇ ਕਿੰਨੇ ਪਤਲੇ ਹੁੰਦੇ ਸੀ ਸਾਰੇ, ਤੇ 100 ਸਾਲਾਂ ਦੀਆਂ ਆਮ ਉਮਰਾਂ ਹੁੰਦੀਆਂ ਸੀਗੀਆਂ, ਤੇ ਅੱਜ ਕੱਲ੍ਹ ਦੇਖ ਲਓ ਛੋਟੇ ਬੱਚੇ ਬਿਮਾਰ ਹੋ ਰਹੇ ਆ। ਜੰਕ ਫੂਡ ਦੀ ਗੱਲ, ਕਈ ਚੀਜ਼ਾਂ ਕਿਚਨ ਘਰ ਦੀਆਂ ਬੰਦ ਹੋ ਗਈਆਂ, ਕਈ ਕਾਰਨ ਉਹਦੇ ਪਿੱਛੇ ਇਸ ਤਰ੍ਹਾਂ ਦੇ ਵੀ, ਠੀਕ ਆ, ਇਹ ਤਾਂ ਹੈ ਜੀ, ਕਾਰਪੋਰੇਟ ਦਾ ਦਖਲ ਤਾਂ ਸਾਡੀ ਜ਼ਿੰਦਗੀਆਂ 'ਚ ਬਹੁਤ ਜ਼ਿਆਦਾ ਹੈ। ਅੱਛਾ, ਹੁਣ ਆਪਾਂ ਥੋੜ੍ਹੀ ਜਿਹੀ ਇਸੇ ਚੀਜ਼ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਜਾਈਏ। ਜਿਹੜੀ ਐਜੀਟੇਸ਼ਨ ਹੈ ਉਹਦੇ 'ਤੇ ਆਪਾਂ ਬਹੁਤੀ ਗੱਲ ਨਹੀਂ ਕਰ ਸਕੇ। ਇਹ ਐਜੀਟੇਸ਼ਨ ਜਿਹੜੀ ਆ ਇਹ ਕੌਣ ਲੋਕ ਕਰ ਰਿਹਾ, ਅਤੇ ਟਰੱਕਰ ਇਹਨੂੰ ਕਿਉਂ ਲੀਡ ਕਰ ਰਹੇ ਆ?
ਦੇਖੋ ਜੀ ਦਿਸ ਇਜ਼ ਨਾਟ ਜਸਟ ਅਬਾਊਟ ਟਰੱਕਰਸ। ਇਹ ਹੁਣ ਆਮ ਬੰਦਾ ਉੱਥੇ ਭਾਜੀ ਪ੍ਰੈਗਨੈਂਟ ਲੇਡੀ ਵੀ ਆਈਆਂ, ਉੱਥੇ ਪਾਇਲਟ ਵੀ ਹੈ, ਨਰਸ ਵੀ ਹੈ, ਫਾਇਰ ਫਾਈਟਰ ਵੀ ਹੈ, ਫਾਰਮਰਸ ਵੀ ਹੈਗੇ ਪਰ ਦੱਸਿਆ ਦੇਖੋ ਜਾ ਰਿਹਾ ਕਿ ਲੌਜਿਸਟਿਕ ਵਾਲੇ ਲੋਕ ਨੇ, ਸਿਰਫ ਟਰੱਕਰ ਨਹੀਂ ਸਾਰੇ ਹਰ ਫੀਲਡ ਤੇ ਹੈ ਜੀ ਲੋਕ ਇਹੋ ਜਿਹੇ। ਈਵਨ ਮੈਂ ਥੋੜਾ ਜਿਹਾ ਹਾਂ ਕੋਈ ਨਹੀਂ ਕਰੋ ਗੱਲ ਤੁਸੀਂ। ਕੱਲ ਵੀ ਬੜਾ ਵੱਡਾ ਇੱਕ ਪ੍ਰੋਟੈਸਟ ਹੋਣ ਜਾ ਰਿਹਾ ਡਾਊਨਟਾਊਨ ਟੋਰਾਂਟੋ ਦੇ ਵਿੱਚ। ਇਹਦੇ ਸੰਦਰਭ ਦੇ ਵਿੱਚ ਨਾਟ ਓਨਲੀ ਟਰੱਕਰਸ ਲਾਈਕ ਆਲ ਓਵਰ ਦਾ ਕੈਨੇਡਾ ਲੋਕੀ ਜਿਹੜੇ ਆ ਇਕੱਠੇ ਹੋ ਰਹੇ ਆ ਅਲੱਗ-ਅਲੱਗ ਸਿਟੀ ਦੇ ਵਿੱਚ, ਔਰ ਲੋਕੀ ਮਤਲਬ ਆਪਣੇ ਸਿਰਫ ਫਰੀडम ਲਈ ਕਿ ਇੱਕ ਫਰੀडम ਵਾਸਤੇ। ਅੱਛਾ ਚਲੋ ਪ੍ਰੇਮ ਤੁਹਾਡਾ ਮੈਂ ਇਹ ਗੱਲ ਖੋਲ੍ਹਣੀ ਚਾਹੁੰਦਾ ਇੱਥੇ, ਮੈਨੂੰ ਥੋੜ੍ਹਾ ਜਿਹਾ ਇੱਕ ਹੋਰ ਜਿਹੜੀ ਦੁਬਿਧਾ ਉਹ 'ਚੋਂ ਬਾਹਰ ਕੱਢਣਾ ਚਾਹੁੰਦੇ ਆਪਣੇ ਦਰਸ਼ਕਾਂ ਨੂੰ, ਤੇ ਮੈਂ ਵੀ ਚਾਹੁੰਦਾ ਕਿ ਮੈਂ ਉਹਦੀ ਕਲੈਰਿਟੀ ਲਵਾਂ। ਜਿਹੜੀ ਇਹ ਮੂਵਮੈਂਟ ਹੈ ਇਹਦੇ ਵਿੱਚ ਜਿਹੜੇ ਫਲੈਗ ਆਏ ਜਾਂ ਜਿਹੜੇ ਸਲੋਗਨ ਆਏ, ਉਹ ਕਿਹਾ ਜਾ ਰਿਹਾ ਹੈ ਕਿ ਨਾਜ਼ੀਆਂ ਵਾਲੇ ਜਰਮਨ ਵਾਲੇ ਫਲੈਗ ਸੀਗੇ ਜਿਹਨੂੰ ਲੋਕੀ ਬਹੁਤ ਨਫ਼ਰਤ ਕਰਦੇ ਆ, ਉਹਨਾਂ ਨਾਲ ਬਹੁਤ ਜ਼ਿਆਦਾ ਕਰੂਅਲਟੀ ਦਿਖਾਈ ਸੀ ਕਿਸੇ ਜ਼ਮਾਨੇ 'ਚ, ਜਿਹਦਾ ਵਰਲਡ ਵਾਰ 2 ਦੁਨੀਆ ਨੇ ਭੁਗਤੀ ਵੱਡੀ, ਤੇ ਕਿੰਨੇ ਲੋਕ ਉੱਥੇ ਮਾਰੇ ਗਏ, ਕਿੰਨਾ ਕੁਝ ਹੋਇਆ, ਚਾਹੇ ਉਹ ਵਰਲਡ ਵਾਰ ਦੇ ਦੌਰਾਨ ਜਾਂ ਤੋਂ ਪਹਿਲਾਂ ਹਿਟਲਰ ਦੀਆਂ ਜਿਹੜੀਆਂ ਪਾਲਿਸੀਜ਼ ਕਰਕੇ ਨਾਜ਼ੀ ਤੇ ਨਾਜ਼ੀ ਜਿਹੜੀ ਪਾਰਟੀਆਂ ਨੇ ਜਾਂ ਜਿਹੜੇ ਲੋਕ ਇੱਦਾਂ ਦੇ ਨੇ ਅਲਟਰਾ ਐਕਸਟ੍ਰੀਮ ਜਿਹੜੇ ਰਾਈਟ ਪਰਸਨ ਨੇ, ਉਹਨਾਂ ਚੀਜ਼ਾਂ ਨੂੰ ਬਹੁਤਾ ਲੋਕ ਪਸੰਦ ਨਹੀਂ ਕਰਦੇ, ਸਿਰਫ ਇਸ ਕਰਕੇ ਕਿ ਉਹ ਲੋਕ ਜਿਹੜੇ ਅਲਟੀਮੇਟਲੀ ਜਿਹੜਾ ਆ ਉਹ ਵਾਇਲੈਂਸ ਵਾਲੇ ਪਾਸੇ ਲੈ ਕੇ ਜਾਂਦੇ ਆ ਸਾਰੇ ਸੁਸਾਇਟੀ ਨੂੰ। ਤੇ ਇਹ ਜਿਹੜੀ ਮੂਵਮੈਂਟ ਦੇ ਵਿੱਚ ਨਾਜ਼ੀ ਝੰਡੇ ਲੈ ਕੇ ਆਉਣਾ ਜਾਂ ਕੋਈ ਸਲੋਗਨ ਹੂਟਿੰਗ, ਆਟਵਾ ਤੋਂ ਖਬਰਾਂ ਆ ਰਹੀਆਂ ਸੀਗੀਆਂ ਕਿ ਉੱਥੇ ਸੁੰਨਮਸਾਨ ਪਸਰੀ ਪਈ ਆ, ਲੋਕ ਡਰੇ ਹੋਏ ਆ, ਜਿੱਦਾਂ ਦੀਆਂ ਨਿਊਜ਼ ਦਿੱਤੀ ਜਾ ਰਹੀਆਂ ਨੇ। ਜਿਹੜਾ ਸਾਡਾ ਮੇਨ ਐਕਸਟ੍ਰੀਮ ਮੀਡੀਆ ਉਹਦੇ 'ਚ ਤੁਸੀਂ ਸੁਣ ਲਓ, ਕਿਸੇ ਚੈਨਲ 'ਤੇ ਜਾ ਕੇ ਸੁਣ ਲਓ, ਤੁਸੀਂ ਹੁਣ YouTube 'ਤੇ ਜਾ ਕੇ ਦੇਖ ਲਓ ਉਹਨਾਂ ਦੀਆਂ ਪੁਰਾਣੀਆਂ 2-4-5 ਦਿਨ ਦੀਆਂ ਖਬਰਾਂ ਕਿ ਲੋਕ ਘਬਰਾਏ ਹੋਏ ਆ, ਲੋਕ ਚਾਹ ਰਹੇ ਆ ਕਿ ਲੋਕ ਇੱਥੋਂ ਹੁਣ ਚਲੇ ਜਾਣ। ਤੇ ਉਹਦੇ ਲਈ ਜਿੱਦਾਂ ਹੁਣ ਅੱਜ ਗੱਲ ਕਰ ਰਹੇ ਆ ਕਿ ਅੱਜ ਦੀ ਅਪਡੇਟ ਜਿਹੜੀ ਜੋ ਬਾਈਡਨ ਹੋਣਾ ਕਿਹਾ ਕਿ ਸਖਤੀ ਵਰਤੀ ਜਾਵੇ, ਇਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣ, ਇਹਨਾਂ ਦੇ ਟਰੱਕ ਸੀਜ਼ ਕੀਤੇ ਜਾਣ, ਇਹਨਾਂ ਦਾ ਇੱਦਾਂ ਕੀਤਾ ਜਾਵੇ। ਹਾਲਾਂਕਿ ਕੋਰਟ ਨੇ ਵੀ ਕੋਈ ਪਾਬੰਦੀਆਂ ਲਾਈਆਂ ਨੇ ਕਿ ਹੂਟਿੰਗ ਜਾਂ ਸਲੋਗਨ ਸ਼ਾਇਦ ਉਹ ਨਹੀਂ ਲਗਾ ਸਕਣਗੇ, ਕੁਝ ਇੱਦਾਂ ਦੀਆਂ ਸੀਗੀਆਂ। ਪਰ ਮੈਨੂੰ ਇੱਕ ਚੀਜ਼ ਦੱਸੋ ਵੀ ਇਹਦਾ ਨਾਜ਼ੀਵਾਦ ਨਾਲ ਕੀ ਸੰਬੰਧ ਜੁੜਦਾ, ਕਿਉਂ ਜੋੜਿਆ ਜਾ ਰਿਹਾ? ਦੇਖੋ ਗਿਲ ਸਾਹਿਬ, ਜਦੋਂ ਮੂਵਮੈਂਟ ਚੱਲਦੀਆਂ ਨਾ ਉਦੋਂ ਬੜਾ ਕੁਛ ਹੁੰਦਾ, ਨੈਗੇਟਿਵ ਪੋਜ਼ਿਟਿਵ ਪੱਖ ਸਾਹਮਣੇ ਆਉਂਦੇ ਆ। ਹੁਣ ਨਹੀਂ, ਪਰ ਨੈਗੇਟਿਵ ਪੱਖ ਤੇ ਆ ਗਏ, ਉਹਨੂੰ ਕੰਟਰਾਡਿਕਟ ਕਿਸ ਨਹੀਂ ਕੀਤਾ ਆ ਕੇ। ਮੂਵਮੈਂਟ ਜਿਹੜੇ ਚਲਾ ਰਹੇ, ਅੱਛਾ ਮੂਵਮੈਂਟ ਜਿਹੜੇ ਚਲਾ ਰਹੇ ਲੋਕ, ਉਹਨਾਂ ਦੀ ਕੋਈ ਇੱਦਾਂ ਦੀ ਇੱਕ ਮੂਵਮੈਂਟ ਤੁਹਾਨੂੰ ਯਾਦ ਹੈ ਬਣ ਚੱਲੀ ਸੀਗੀ 5-6 ਸਾਲ ਪਹਿਲਾਂ, ਜ਼ਿਆਦਾ ਸਾਲ ਟਾਈਮ ਹੋ ਗਿਆ, ਜਿਹਨੂੰ ਜਿਹੜੀ ਚੱਲੀ ਸੀਗੀ ਜਿੱਥੇ ਕਾਰਪੋਰੇਟ 99% ਲੋਕਾਂ ਨੂੰ ਹੱਥ ਮਿਲਾ ਕੇ, ਜਿਹੜੀ ਉਹਦਾ ਨਾਮ ਹੈ ਇਸ ਵੇਲੇ ਵਿਸਰ ਰਿਹਾ ਮੈਨੂੰ, ਇੱਥੇ ਵੀ ਸੀ ਉਹ ਤੰਬੂ ਲਾ ਕੇ ਪਾਰਕਾਂ 'ਚ ਬਹਿ ਗਏ ਸੀਗੇ। ਨਹੀਂ, ਜਿਹੜੀ ਇੰਸ਼ੋਰੈਂਸ ਦੇ ਖਿਲਾਫ? ਨਹੀਂ ਜੀ, ਇੰਸ਼ੋਰੈਂਸ ਖਿਲਾਫ ਨਹੀਂ ਜੀ, ਇੱਕ ਬੜੀ ਵੱਡੀ ਮੂਵਮੈਂਟ ਸੀ, ਉਹਦੇ ਆਗੂ ਕੋਈ ਨਹੀਂ ਸੀ, ਮੂਵਮੈਂਟ ਹੋ ਰਹਿ ਗਈ, ਮੈਨੂੰ ਹੁਣੇ ਦਿਮਾਗ 'ਚ ਆ ਜਾਂਦਾ। ਬੜੀ ਵੱਡੀ ਮੂਵਮੈਂਟ, ਵੇਖੋ ਐਡੀ ਵੱਡੀ ਮੂਵਮੈਂਟ ਸੀ, ਫਿਰ ਭੁੱਲ ਗਏ, ਬੜੀ ਇੰਪੋਰਟੈਂਟ ਮੂਵਮੈਂਟ ਸੀਗੇ। ਮੈਂ ਥੋੜਾ ਜਿਹਾ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਪਹਿਲਾਂ ਤੁਹਾਡੀ ਗੱਲ ਦਾ। ਇਹ ਗੱਲ ਇਹ ਹੈ ਕਿ ਜਿਹੜੀਆਂ ਜਦੋਂ ਵੀ ਕੋਈ ਮੂਵਮੈਂਟਸ ਹੁੰਦੀਆਂ ਨਾ, ਉਹਦੇ ਵਿੱਚ ਨੈਗੇਟਿਵ ਪੋਜ਼ਿਟਿਵ ਮੈਂ ਇਸ ਕਰਕੇ ਕਹਿੰਦਾ ਕਿ ਹਰੇਕ ਤਰ੍ਹਾਂ ਦੇ ਬੰਦਾ ਉੱਥੇ ਆਉਂਦਾ ਆ। ਕਿਸੇ ਨੂੰ ਕੋਈ ਇਹ ਨਹੀਂ ਹੈਗਾ ਕਿ ਜੇ ਕੋਈ ਨਾਜੀ ਦਾ ਕੋਈ ਝੰਡਾ ਲੈ ਕੇ ਆ ਗਿਆ ਤਾਂ ਜਾਂ ਉਹਨੂੰ ਕਹਿਣ ਕਿ ਭਾਈ ਤੂੰ ਨਹੀਂ ਇੱਥੇ ਵੜਨਾ, ਹੈ ਨਾ, ਰਾਈਟ। ਹਰੇਕ ਬੰਦਾ ਆਪਣੇ ਹਿਸਾਬ ਨਾਲ ਕੋਈ ਆਉਂਦਾ, ਮੇਬੀ ਦੇ ਆਰ ਨਾਟ ਪਾਰਟ ਆਫ ਦਾ ਮੂਵਮੈਂਟ, ਔਰ ਮੇਬੀ ਕਿ ਉਹ ਜਿਹੜੀ ਆਪੋਜ਼ਿਟ ਐਂਟੀ ਮੂਵਮੈਂਟਸ ਦੇ ਖਿਲਾਫ ਜਿਹੜੇ ਲੋਕ ਆ ਉਹ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਸੈੱਟ ਕੀਤੇ ਹੋਣ। ਇਹ ਤਾਂ ਹੁਣ ਉਹਨਾਂ ਨੂੰ ਪੁੱਛਿਆ ਜਾ ਸਕਦਾ ਨਾ ਕਿ ਉਹਨਾਂ ਨੂੰ ਫੜ ਕੇ ਕਿ ਉਹ ਜਿਹੜੇ ਮੂਵਮੈਂਟਸ ਝੰਡੇ ਲੈ ਕੇ ਆਉਂਦੇ ਜਾਂ ਕੁਛ ਵੀ। ਬਟ ਦੇਖਿਆ ਜਾਵੇ ਮੋਸਟਲੀ ਅਸੀਂ ਜੋ ਦੇਖਿਆ ਹੈ ਕਿ ਕੈਨੇਡਾ ਦੇ ਝੰਡੇ ਸੀਗੇ ਲੋਕਾਂ ਦੇ ਕੋਲ, ਔਰ ਸਿਰਫ ਉਹ, ਔਰ ਜਿਹੜੇ ਇੱਥੇ ਡਾਊਨਟਾਊਨ ਵੀ ਕਾਫੀ ਆਪਣੇ ਹੁਣ ਜਿਹੜੇ ਪੰਜਾਬੀ ਮੀਡੀਆ ਨੇ ਕਵਰ ਕੀਤਾ, ਜਿਹੜਾ ਪਿੱਛੇ ਹੋਇਆ ਸੀਗਾ ਪ੍ਰੋਟੈਸਟ ਬੜਾ ਵੱਡਾ, ਉਹਦੇ ਵਿੱਚ ਵੀ ਮੈਜੋਰਟੀ ਆਫ ਦਾ ਪੀਪਲ ਜਿਹੜੇ ਸੀਗੇ ਉਹ ਕੈਨੇਡੀਅਨ ਫਲੈਗ ਹੀ ਲੈ ਕੇ ਜਾ ਰਹੇ ਸੀ। ਔਰ ਉਹ ਸਿਰਫ ਉਹ ਇੱਕੋ ਹੀ ਕਿ ਸਾਨੂੰ ਫਰੀडम ਚਾਹੀਦੀ ਹੈਗੀ ਹੈ, ਫਰੀडम ਤੋਂ ਬਗੈਰ ਉਹ ਹੋਰ ਕੋਈ ਗੱਲ ਹੀ ਨਹੀਂ ਕਰ ਰਹੇ ਕਿ ਸਾਨੂੰ ਮਤਲਬ ਕਿ ਸਾਨੂੰ ਆਜ਼ਾਦੀ ਦਿਓ ਕਿ ਅਸੀਂ ਲਵਾਈਏ ਨਾ ਲਵਾਈਏ। ਮਤਲਬ ਗੌਰਮੈਂਟ ਜਿਹੜੀ ਆ ਉਹ ਇਹ ਇੱਥੇ ਕਿਉਂ ਅੜੀ ਹੋ ਆ ਕਿ ਤੁਸੀਂ, ਔਰ ਹੈਰਾਨੀ ਦੀ ਗੱਲ ਇਹ ਹੈ ਕਿ 90% ਜੇ ਕੈਨੇਡਾ ਦਾ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ ਕਿ 90% ਲੋਕਾਂ ਦੀ ਵੈਕਸੀਨੇਸ਼ਨ ਲੱਗ ਗਈ ਆ, ਉਸ ਤੋਂ ਬਾਅਦ
ਜੇ ਉਹ ਆਪ ਹੀ ਉਹ 3 ਬੂਸਟਰ ਲਵਾ ਕੇ ਉਹ ਕਹਿ ਰਿਹਾ ਕਿ ਮੈਂ ਪੋਜ਼ਿਟਿਵ ਆ ਗਿਆ ਐਂਡ ਹੀ ਹੈਜ਼ ਟੂ ਆਈਸੋਲੇਟ ਤੇ ਮਤਲਬ ਕੈਨੇਡਾ ਦੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਕਿ ਮੈਂ 3 ਲਗਵਾਈਆਂ ਆ ਉਸ ਤੋਂ ਬਾਅਦ ਮੈਂ ਪੋਜ਼ਿਟਿਵ ਆ ਗਿਆ, ਫਿਰ ਮਤਲਬ ਇਹ ਕਹਿ ਲਓ ਕਿ ਲੋਕਾਂ ਨੂੰ ਇੱਕ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਹੈਗੀ। ਲੋਕੀ ਹੁਣ ਲਗਵਾਉਣ ਕਿ ਨਾ ਲਗਵਾਉਣ, ਆਪ ਹੀ ਕੰਟਰਾਡਿਕਟਰੀ ਆਪਣੇ ਸਵਾਲਾਂ ਦੇ ਘੇਰੇ 'ਚ ਆ ਗਏ ਕਿ ਮਤਲਬ ਕਿ 3 ਲਗਵਾ ਕੇ ਵੀ ਮੈਂ ਮਤਲਬ ਪੋਜ਼ਿਟਿਵ ਆ। ਅੱਛਾ, ਨਹੀਂ ਜਦੋਂ ਮੈਨੂੰ ਯਾਦ ਆ ਗਿਆ ਜਿਹੜੀ ਉਹ ਮੂਵਮੈਂਟ ਚੱਲੀ ਸੀ ਨਾ ਜੀ, ਉਹਦਾ ਨਾਂ ਸੀਗਾ ਆਕੂਪਾਈ ਵਾਲ ਸਟਰੀਟ। ਉਹਨਾਂ ਨੇ ਮਤਲਬ ਜਿਹੜੀ ਜਿਸ ਤਰ੍ਹਾਂ ਸਾਡੇ ਇੱਥੇ ਆ ਆਪਣੀ ਉਹ ਸਟਰੀਟ ਜਿੱਥੇ ਸਾਰੇ ਕਾਰਪੋਰੇਟ ਅਦਾਰੇ ਨੇ, ਤੇ ਇਸੇ ਤਰ੍ਹਾਂ ਹੀ ਵਾਲ ਸਟਰੀਟ ਕਿਹਾ ਜਾਂਦਾ ਵਰਲਡ ਦਾ ਸਾਰਾ ਕਾਰਪੋਰੇਟ ਅਦਾਰੇ ਉੱਥੇ ਨੇ। ਉਹਨਾਂ ਨੇ ਆਕੂਪਾਈ ਕਰ ਲਿਆ ਕਿ ਇਹ ਜਿਹੜੇ 1% 1.5% ਲੋਕ ਨੇ ਇਹ ਸਾਰੀ ਦੁਨੀਆ ਨੂੰ ਜਿਹੜੇ ਆ ਗੁੰਮਰਾਹ ਕਰ ਰਿਹਾ। 99% ਅਸੀਂ ਲੋਕ ਆ ਸਧਾਰਨ ਲੋਕ। ਉਹਨਾਂ ਨੇ ਉਹਨਾਂ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਮੂਵਮੈਂਟ ਦੀ ਬਦਕਿਸਮਤੀ ਇਹ ਸੀ ਕਿ ਉਹਦੀ ਕੋਈ ਲੀਡਰਸ਼ਿਪ ਨਹੀਂ ਸੀਗੀ, ਉਹ ਆਪ ਮਾਰੀ ਮੂਵਮੈਂਟ ਸੀ। ਲੋਕ ਉੱਠੇ, ਵੇਖੋ ਵੇਖੀ ਉੱਠੇ, ਨਿਊਯਾਰਕ ਤੋਂ ਸ਼ੁਰੂ ਹੋਈ, ਇੱਥੇ ਟੋਰਾਂਟੋ 'ਚ ਵੀ ਆਪਾਂ ਦਿਨ ਵੇਖੇ। ਮੈਂ ਤਾਂ ਆਪਣੇ ਡਾਊਨਟਾਊਨ ਕੰਮ ਕਰਦਾ ਸੀਗਾ, ਤੇ ਉੱਥੇ ਜਿਹੜੀਆਂ ਪਾਰਕ ਸੀਗੀਆਂ ਉਹ 'ਚ ਤੰਬੂ ਲਾ ਕੇ ਲੋਕ ਕਈ ਦਿਨ ਬੈਠੇ ਰਹੇ। ਠੰਡ ਦੇ ਦਿਨ ਸੀ ਮੇਰੇ ਖਿਆਲ, ਉਦੋਂ ਵੀ ਸਨੋ ਪੈਂਦੀ ਸੀ। ਤੇ ਉਹ ਜਿਹੜੀ ਆਕੂਪੈਂਟ ਵਾਲ ਸਟਰੀਟ ਸੀਗੀ ਨਾ ਮੂਵਮੈਂਟ, ਉਹਦੇ ਫਲੋਪ ਹੋਣ ਦਾ ਕਾਰਨ ਇਹ ਸੀ ਕਿ ਉਹਦੇ ਪਿੱਛੇ ਕੋਈ ਬੱਝਵੀਂ ਵਿਚਾਰਧਾਰਾ ਨਹੀਂ ਸੀ, ਤੇ ਨਾ ਹੀ ਕੁਝ ਲੋਕ ਉਹਨੂੰ ਮੂਵਮੈਂਟ ਨੂੰ ਗਾਈਡ ਕਰਨ ਵਾਲੇ ਸੀ ਜਾਂ ਲੀਡ ਕਰਨ ਵਾਲੇ ਸੀ। ਇਸ ਮੂਵਮੈਂਟ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਕੌਣ ਲੋਕ ਨੇ, ਕਿਹੜੀ ਆਰਗੇਨਾਈਜੇਸ਼ਨ ਆ ਜਿਹੜੀ ਇਹਨੂੰ ਕਰ ਰਹੀ ਆ? ਵੈਸੇ ਕਿਹਾ ਜਾ ਰਿਹਾ ਕਿ 10 ਮਿਲੀਅਨ ਜਿਹੜਾ ਇਹਨਾਂ ਨੂੰ ਫੰਡਿੰਗ ਹੋ ਗਈ ਸੀ ਸ਼ੁਰੂਆਤੀ ਦਿਨ 'ਚ ਹੀ, ਤੇ ਉਹਦੇ ਬਾਰੇ ਵੀ ਸਰਕਾਰ ਕਾਫੀ ਜ਼ਿਆਦਾ ਸਖਤ ਸਟੈਂਡ ਲੈਣ ਦੇ ਮੂਡ 'ਚ ਆ ਕਿ ਇਹ ਫੰਡਿੰਗ ਕਿੱਦਾਂ ਹੋਈ, ਕਿਹੜੇ ਲੋਕਾਂ ਨੇ ਕੀਤੀ, ਜਿਹਨੂੰ ਉਹ ਕਹਿੰਦੇ ਆਪਣੇ ਇੱਥੇ ਫੰਡ ਰੇਸਿੰਗ ਦੇ ਥਰੂ। ਤੇ ਇਹ ਜਿਹੜੇ ਪੈਸੇ ਆ ਸ਼ਾਇਦ ਉਹਨੂੰ ਜ਼ਬਤ ਕਰਨ ਦੀ ਵੀ ਕੋਰਟ ਵਿੱਚ ਕੋਈ ਗੱਲ ਚੱਲ ਰਹੀ ਆ, ਜਾਂ ਸਰਕਾਰ ਦੀ ਪੱਧਰ ਤੇ ਚੱਲ ਰਹੀ ਆ। ਇਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋਗੇ ਕਿ ਇਹਨੂੰ ਕੌਣ ਲੋਕ ਲੀਡ ਕਰ ਰਹੇ ਨੇ? ਦੇਖੋ, ਇਹਨੂੰ ਆਮ ਕੈਨੇਡੀਅਨ ਹੀ ਲੀਡ ਕਰ ਰਹੇ ਨੇ। ਨਹੀਂ, ਲੀਡਰਸ਼ਿਪ ਹਰ ਮੂਵਮੈਂਟ ਦੇ ਪਿੱਛੇ ਕੋਈ ਲੀਡਰਸ਼ਿਪ ਤੇ ਹੁੰਦੀ ਆ ਨਾ ਜੀ। ਕਨਵੇ ਫਰੀडम ਦੇ ਜਿਹੜੇ ਲੀਡਰਸ ਹੈਗੇ ਆ ਉਹਨੂੰ ਇਹ ਮੂਵਮੈਂਟ ਨੂੰ ਲੀਡ ਕਰ ਰਹੇ, ਜਿਹੜੇ ਮੋਸਟਲੀ ਹੋਇਆ ਕਿ ਪਹਿਲਾਂ ਨਹੀਂ, ਯੂ ਕੈਨ ਨੇਮ ਸਮ ਪਰਸਨ, ਕੋਈ 2 4 5 ਵੱਡੇ ਬੰਦੇ ਜਿਹੜੇ ਇਹ ਮੂਵਮੈਂਟ ਨੂੰ ਇੱਕ ਆਰਗੇਨਾਈਜ਼ ਵੇ ਨਾਲ ਚਲਾ ਰਹੇ ਹੋਣ। ਕੋਈ ਨਾਂ ਤੁਸੀਂ ਤੁਹਾਡੇ ਦਿਮਾਗ 'ਚ ਹੈ ਆਉਂਦੇ ਇਸ ਵੇਲੇ? ਪੈਟ ਕਿੰਗ ਕਿ ਆਪਣੇ ਆਪ ਹੀ ਮਤਲਬ ਲੋਕੀ ਤੁਰੇ ਜਾ ਰਹੇ ਆ, ਕੋਈ ਨਾ ਕੋਈ ਮਤਲਬ ਹੋਏਗਾ ਨਾ। ਆਪਣੇ ਆਪ ਨਹੀਂ, ਮਤਲਬ ਜਿੱਦਾਂ ਹੁਣ ਡਾਕਟਰ ਸਾਹਿਬ ਨੇ ਹੁਣੇ ਗੱਲ ਕੀਤੀ, ਪੈਟ ਕਿੰਗ ਜਿਹੜੇ ਆ, ਜਾਂ ਹੋਰ ਕਾਫੀ ਲੋਕ ਹੈਗੇ ਆ। ਮਤਲਬ ਜੇ ਤੁਸੀਂ ਡਾਟਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਦੇ ਵੀ ਦੇਵਾਂਗੇ। ਨਹੀਂ, ਮੈਂ ਚਾਹੁੰਦਾ ਇਹ ਆ ਕਿ ਇਹਦੇ ਬਾਰੇ ਸਪਸ਼ਟ ਹੋਇਆ ਜਾਵੇ, ਪਹਿਲਾਂ ਤਾਂ ਖੁਦ ਸਪਸ਼ਟ ਹੋਇਆ ਜਾਵੇ, ਫਿਰ ਹੀ ਕਿਸੇ ਦੂਜੇ ਨੂੰ ਆਪਾਂ ਕਨਵਿੰਸ ਕਰ ਸਕਦੇ ਹਾਂ ਵੀ ਹੈ ਕੀ। ਅਸਲ 'ਚ ਮੈਂ ਤੁਹਾਨੂੰ ਉਹੀ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਮੂਵਮੈਂਟ ਆ ਇਹ ਹੁਣ ਤੋਂ ਨਹੀਂ ਚੱਲੀ ਹੈਗੀ। ਕਿ ਅਸੀਂ ਕਹੀਏ ਨਾ ਕਿ ਜੇ 2 ਹਫ਼ਤੇ ਜੋ 3 ਹਫ਼ਤੇ ਤੋਂ ਇਹ ਜਿਹੜੀ ਚੰਗਾਰੀ ਸੀਗੀ ਇਹ ਹੌਲੀ ਹੌਲੀ ਸੁਲਗਦੀ ਇਹ ਮਤਲਬ ਇੱਕ ਵੱਡੇ ਮੂਵਮੈਂਟ ਦਾ ਪਾਰਟ ਬਣ ਗਈ। ਔਰ ਰੀਜ਼ਨ ਇਹ ਹੈ ਕਿ ਹੁਣ ਤੁਸੀਂ ਦੇਖੋਗੇ ਕੈਨੇਡਾ ਦੀ ਹਿਸਟਰੀ ਵਿੱਚ ਜੇ ਦੇਖਿਆ ਜਾਵੇ, ਮੇਰਾ ਖਿਆਲ ਮੈਨੂੰ ਵੀ ਇੱਥੇ 17-18 ਸਾਲ ਹੋ ਗਏ ਮੈਨੂੰ ਵੀ ਇੱਥੇ ਕੰਟਰੀ ਵਿੱਚ ਆਏ ਨੂੰ, ਔਰ ਮੈਂ ਐਡੀ ਵੱਡੀ ਮੂਵਮੈਂਟ ਨਹੀਂ ਦੇਖੀ। ਜਾਂ ਮੈਂ ਜਿਹੜੇ ਸਾਡੇ ਬਜ਼ੁਰਗ ਆ ਇੱਥੇ ਕਾਫੀ ਦੇਰ ਤੋਂ, ਜਿਹੜੇ 50-50 ਸਾਲ ਤੋਂ ਵੀ ਇੱਥੇ ਰਹਿ ਰਹੇ ਆ ਇਸ ਕੰਟਰੀ ਵਿੱਚ, ਉਹਨਾਂ ਨੇ ਵੀ ਇਦਾਂ ਦੀ ਐਡੀ ਵੱਡੀ ਮੂਵਮੈਂਟ। ਮੇਰੇ ਖਿਆਲ 'ਚ ਜਿਹੜਾ ਇਹ ਕੈਪੀਟਲਿਸਟ ਸਿਸਟਮ ਹੈ ਨਾ ਜਾਂ ਸਰਮਾਏਦਾਰੀ ਢਾਂਚਾ, ਇਹ ਅਸਲ 'ਚ ਜਿਹੜੀ ਮੂਵਮੈਂਟ ਹੈ ਨਾ ਇਹ ਪੂੰਜੀਵਾਦ ਦੇ ਖਿਲਾਫ ਆ। ਤੁਹਾਨੂੰ ਮੈਂ ਐਕਚੁਅਲ ਸਟੋਰੀ ਦੱਸਦਾ ਕਿ ਇਹ ਜਿਹੜੀ ਮੂਵਮੈਂਟ ਆ ਇਹ ਪੂੰਜੀਵਾਦ ਦੇ ਖਿਲਾਫ ਆ, ਇਹ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਮੂਵਮੈਂਟ ਆ ਅਸਲ 'ਚ। ਕਿ ਹੋਇਆ ਕੀ ਕਿ ਪਹਿਲਾਂ ਹੁੰਦੀਆਂ ਸੀਗੀਆਂ ਸਰਕਾਰਾਂ ਲੋਕਾਂ ਦਾ ਕਹਿਣਾ ਮੰਨਦੀਆਂ ਸੀਗੀਆਂ ਕਿ ਲੋਕਾਂ ਲਈ ਹੀ ਆਉਂਦੇ ਸੀਗੇ, ਡੈਮੋਕ੍ਰੈਟਿਕ ਕੰਟਰੀ ਨਹੀਂ ਕਹਿੰਦੇ। ਹੁਣ ਇਸ ਵੇਲੇ ਨਾਂ ਦੇ ਡੈਮੋਕ੍ਰੈਟਿਕ ਕੰਟਰੀ ਰਹਿ ਗਏ ਆ। ਹੁਣ ਸਾਰੇ ਜਿਹੜੇ ਅਧਿਕਾਰ ਆ ਜਿਹੜੇ ਉਹ ਛਿੱਕੇ ਟੰਗ ਦਿੱਤੇ, ਪੰਜਾਬੀ 'ਚ ਕਹਿਣ ਵਾਂਗੂ ਨਾ, ਕਿ ਇੱਕ ਜਿਹੜੇ ਜਿੰਨੇ ਵੀ ਮੌਲਿਕ ਅਧਿਕਾਰ ਆ ਉਹਨਾਂ ਨੂੰ ਛਿੱਕੇ ਟੰਗ ਦਿੱਤਾ। ਔਰ ਇੱਕ ਡਿਕਟੇਟਰਸ਼ਿਪ ਨਹੀਂ ਹੈਗੀ। ਔਰ ਨਾਜ਼ੀਵਾਦ ਦੀ ਤੁਸੀਂ ਗੱਲ ਕੀਤੀ ਹੈ, ਅਸਲੀ ਨਾਜ਼ੀਵਾਦ ਤਾਂ ਜਿਹੜਾ ਇਸ ਵੇਲੇ ਹੋ ਰਿਹਾ ਗੌਰਮੈਂਟਾਂ ਦੇ ਵੱਲੋਂ, ਉਹ ਆ ਅਸਲੀ ਡਿਕਟੇਟਰਸ਼ਿਪ ਜਿਹੜੀ ਹੋ ਰਹੀ ਹੈ ਧੱਕੇ ਦੇ ਨਾਲ। ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਧੱਕੇ ਦੇ ਨਾਲ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਧੱਕਾ ਹੀ ਆ। ਤੁਸੀਂ ਦੇਖੋ ਕਿ ਇੱਕ ਕੰਡੀਸ਼ਨਲ ਤੌਰ ਤੇ ਕਿ ਤੁਸੀਂ ਭਾਈ ਤੁਹਾਨੂੰ ਜੌਬ ਤਾਂ ਦੇਵਾਂਗੇ ਜੇ ਤੁਸੀਂ ਵੈਕਸੀਨੇਸ਼ਨ ਲਗਾ ਕੇ ਆਓਗੇ ਤਾਂ। ਇਹ ਧੱਕਾ ਨਹੀਂ। ਲੋਕ ਹੈ ਜਿਹੜੇ ਕੰਮ ਘਰੋਂ ਕਰ ਰਹੇ 2 ਸਾਲਾਂ ਤੋਂ, ਜਿਹੜੇ ਬਾਹਰ ਜਾਂਦੇ ਹੀ ਨਹੀਂ, ਉਹਨਾਂ ਨੂੰ ਵੀ ਫੋਰਸ ਕਰ ਰਹੇ ਆ ਕਿ ਤੁਸੀਂ ਲਵਾਓ, ਨਹੀਂ ਤਾਂ ਤੁਹਾਨੂੰ। ਔਰ ਮੈਂ ਥੋੜਾ ਗਿਲ ਸਾਹਿਬ ਇੱਕ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਹੋਏ ਆ ਕਿ ਡਾਕਟਰ ਆ
ਰਿਕਾਰਡੋ ਡੈਲਗਾਡੋ, ਉਹਨਾਂ ਨੇ 4 ਵੈਕਸੀਨੇਸ਼ਨ ਜਿਹੜੀਆਂ ਕੈਨੇਡਾ ਦੇ ਵਿੱਚ ਬੜੀਆਂ ਮਸ਼ਹੂਰ ਆ, ਅਮਰੀਕਾ 'ਚ ਬੜੀਆਂ ਮਸ਼ਹੂਰ ਆ। ਫਾਈਜ਼ਰ, ਜਿਸ ਤੋਂ ਪਹਿਲਾਂ ਡਾਕਟਰ ਸਾਹਿਬ ਦੱਸੂਗੇ ਫਾਈਜ਼ਰ ਦੇ ਕਿੰਨੇ ਜੁਰਮਾਨੇ ਹੋਏ ਆ, ਇਹ ਡਾਕਟਰ ਸਾਹਿਬ ਨੇ ਕਾਫੀ ਸਟੱਡੀ ਕੀਤੀ ਇਹਦੇ ਬਾਰੇ। ਫਾਈਜ਼ਰ, ਜਿਹੜੀ ਆਪਣੀ ਮੋਡਰਨਾ, ਐਸਟਰਾਜੇਨੇਕਾ ਔਰ ਜੌਨਸਨ ਐਂਡ ਜੌਨਸਨ, 4 ਕੰਪਨੀ, ਇਹ 4 ਵੈਕਸੀਨੇਸ਼ਨ ਦਾ ਜਦੋਂ ਉਹਨਾਂ ਨੇ ਰਿਸਰਚ ਕੀਤੀ, ਉਹਦੇ ਵਿੱਚੋਂ ਉਹਨਾਂ ਨੂੰ ਮਿਲਿਆ ਕਿ ਗ੍ਰਾਫੇਨ ਆਕਸਾਈਡ ਔਰ ਫੀਟਸਲ। ਗ੍ਰਾਫੇਨ ਆਕਸਾਈਡ ਦਾ ਹਿਊਮਨ ਬਾਡੀ ਦੇ ਨਾਲ ਕੀ ਲੈਣਾ ਦੇਣਾ? ਗ੍ਰਾਫੇਨ ਆਕਸਾਈਡ ਦਾ ਹਿਊਮਨ ਬਾਡੀ ਨਾਲ ਕੋਈ ਲੈਣਾ ਦੇਣਾ ਨਹੀਂ। ਹਾਂ, ਟੈਕਨੋਲੋਜੀ ਨਾਲ ਜ਼ਰੂਰ ਆ, ਇਹ ਟੈਕਨੋਲੋਜੀ ਨਾਲ ਰਿਲੇਟਡ ਆ। ਇਹ ਜਿਹੜਾ ਗ੍ਰਾਫੇਨ ਆਕਸਾਈਡ ਉਹਨਾਂ ਨੇ ਦੱਸਿਆ ਕਿ ਇਟਸ ਜਸਟ ਲਾਈਕ ਮਰਕਰੀ, ਜਿਹੜਾ ਪਾਰਾ ਨਹੀਂ ਹੁੰਦਾ, ਉਹ ਪਾਰਾ ਆ। ਹੁਣ ਆਪਣੇ ਬਜ਼ੁਰਗ ਵੀ ਕਹਿੰਦੇ ਹੁੰਦੇ ਸੀ ਕਿ ਕਿਸੇ ਨੂੰ ਪਾਰਾ ਦੇ ਦੋ ਤਾਂ ਬੰਦੇ ਨੂੰ ਰਾਈਟ ਸਲੋ ਪੋਇਜ਼ਨ ਕਿਹਾ ਜਾਂਦਾ ਉਹਨੂੰ ਵੀ, ਜੇ ਜ਼ਿਆਦਾ ਦੇ ਦੋ ਤੇ ਰਾਈਟ ਵੇ ਮੌਤ ਹੋ ਜਾਂਦੀ ਹੈ। ਉਹ ਕਹਿੰਦੇ ਕਿ ਬੰਦਾ ਬਹੁਤ ਬੁਰੀ ਹਾਲਤ 'ਚ ਮਰਦਾ ਔਰ ਸੱਜੇ ਔਖਾ ਹੋ ਕੇ ਮਰਦਾ ਕਿਹਾ ਜਾਂਦਾ। ਹੁਣ ਉਹ ਉਸ ਤਰ੍ਹਾਂ ਦਾ ਹੀ ਇੱਕ ਜਿਹੜਾ ਪਦਾਰਥ ਆ ਉਹ ਬਾਡੀ 'ਚ ਇੰਜੈਕਟ ਕੀਤਾ ਜਾ ਰਿਹਾ, ਜਿਹਦਾ ਨਾਮ ਹੈਗਾ ਗ੍ਰਾਫੇਨ ਆਕਸਾਈਡ। ਉਹ ਗ੍ਰਾਫੇਨ ਆਕਸਾਈਡ ਦਾ ਜਿਹੜਾ ਮਤਲਬ ਇਹ ਆ ਕਿ ਉਹਨੂੰ ਇੱਕ ਨੈਨੋ ਟੈਕਨੋਲੋਜੀ ਦੇ ਨਾਲ ਇਹਨਾਂ ਨੇ ਜੋੜਨਾ। ਨੈਨੋ ਟੈਕਨੋਲੋਜੀ ਬਾਰੇ ਵੀ ਬੜੀ ਸਰਚ ਚੱਲ ਰਹੀ ਹੈ ਕਿ ਨੈਨੋ ਟੈਕਨੋਲੋਜੀ ਹੈ ਕੀ ਆ। ਉਹ ਛੋਟੇ ਪਾਰਟ ਜਿਹੜੇ ਆ ਨਾ, ਉਹ ਜਦੋਂ ਇਹਨਾਂ ਨੇ 10 ਤੋਂ 12 ਵੈਕਸੀਨੇਸ਼ਨ, ਤੁਸੀਂ ਕਹਿ ਰਹੇ ਸੀ ਨਾ ਤੁਸੀਂ ਜਦੋਂ ਲੈਬ 'ਚ ਗਏ ਕਿ ਉਹ ਕਿ 3 ਮਹੀਨੇ ਬਾਅਦ ਇਹਦਾ ਅਸਰ ਖਤਮ ਹੋ ਜਾਣਾ, ਦੈਟ ਇਜ਼ ਦਾ ਐਕਚੁਅਲ ਪੁਆਇੰਟ, ਕਿ ਉਹ ਜਿਹੜਾ 3 ਮਹੀਨੇ ਦਾ ਅਸਰ ਖਤਮ ਹੋਣਾ, 3 ਮਹੀਨੇ ਜਿਹੜੇ ਨਾ ਉਹ ਜਿਹੜੀ ਵੈਕਸੀਨੇਸ਼ਨ ਆ ਉਹ ਇਹਨਾਂ ਨੇ ਲਗਾਣੀ ਆ ਬਾਡੀ 'ਚ, ਇੰਜੈਕਟ ਕਰਨੀ। ਅੱਛਾ, ਇੱਕ ਲਾਸਟ ਸਵਾਲ ਪੁੱਛ ਲਈ, ਸਮਾਂ ਹੋ ਗਿਆ 10 ਤੋਂ 12, ਹਾਂਜੀ 10 ਤੋਂ 12 ਜਿਹੜੀਆਂ ਉਹਦੇ ਨਾਲ ਫਿਰ ਇਹਨਾਂ ਨੇ ਲਾਈਕ ਲੋਕਾਂ ਨੂੰ ਯੂਜ਼ ਕਰਨਾ ਐਜ਼ ਏ ਪਪੇਟ, ਹਿਊਮਨ ਨੂੰ ਐਜ਼ ਏ ਪਪੇਟ ਵਾਂਗੂ ਇਹਨਾਂ ਨੇ ਯੂਜ਼ ਕਰਨਾ ਕਿ ਜਿਹਨੂੰ ਮਰਜ਼ੀ ਉਹਦਾ ਬਲੱਡ ਪ੍ਰੈਸ਼ਰ ਹਾਈ ਕਰਤਾ, ਜਿਹਨੂੰ ਮਰਜ਼ੀ ਜਿਹਦੀ ਸ਼ੂਗਰ ਵਧਾਤੀ ਘਟਾਤੀ, ਜਿਹਨੂੰ ਮਰਜ਼ੀ ਗੁੱਸਾ ਦਵਾਤਾ। ਤੁਸੀਂ ਪਿਛਲੀ ਵਾਰ ਵੀ ਦੱਸ ਕੇ ਗਏ ਸੀ ਕਿ ਕਿਸਮ ਦੀ ਲਿਕੁਇਡ ਦੇ ਥਰੂ ਚਿਪ ਬਣ ਰਹੀ ਆ ਜਿਹਦਾ ਕੰਟਰੋਲ ਕਿਸੇ ਹੋਰ ਦੇ ਹੱਥ 'ਚ ਹੋਏਗਾ, ਕੋਡ ਬਣਨਾ ਅੰਦਰ, ਅਸੀਂ ਜਸਟ ਰੋਬੋਟ ਦੀ ਤਰ੍ਹਾਂ ਕੰਮ ਕਰਾਂਗੇ। ਤੁਸੀਂ ਇਹ ਗੱਲਾਂ ਕੀਤੀਆਂ ਨੇ, ਅੱਗੇ ਵੀ ਕੀਤੀਆਂ, ਆਪਾਂ ਰਿਪੀਟ ਹੋ ਨਹੀਂ ਕਰਦੇ। ਅੱਛਾ, ਹੁਣ ਇੱਕ ਲਾਸਟ ਮੇਰਾ ਸਵਾਲ ਇਹ ਆ ਕਿ ਜਿਹੜਾ ਇਹ ਸਰਮਾਏਦਾਰੀ ਨਿਜ਼ਾਮ ਦੀ ਅਸੀਂ ਬਾਰ-ਬਾਰ ਗੱਲ ਕਰਦੇ ਆ, ਬਿਹਤਰ ਹੈ ਵੈਸੇ ਉਹਦੇ ਖਿਲਾਫ 'ਚ ਆਵਾਜ਼ ਉਠਾਉਂਦੇ ਆ, ਚਾਹੇ ਉਹ ਰਾਈਟ ਐਕਸਟ੍ਰੀਮ ਹੀ ਲੋਕ ਕਿਉਂ ਨਾ ਹੋਣ, ਚਾਹੇ ਉਹ ਨਾਜ਼ੀ ਹੋਣ, ਜਿਹੜੇ ਸਮਝਦੇ ਆ ਕਿ ਗਲਤ ਹੈ ਉਹਨੂੰ ਗਲਤ ਕਹਿ ਰਹੇ, ਆਪਾਂ ਨੂੰ ਇਹ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਵੇਖੋ ਸਮੇਂ ਨਾਲ ਸੁਧਾਰ ਆਉਂਦੇ ਆ, ਜੇ ਨਾਜ਼ੀਆਂ ਨੇ ਕਿਸੇ ਵੇਲੇ ਗਲਤੀਆਂ ਕੀਤੀਆਂ ਉਹਨੂੰ ਸਜ਼ਾਵਾਂ ਦਿੱਤੀਆਂ, ਬੜਾ ਕੁਝ ਹੋਇਆ, ਤੇ ਜੇ ਅੱਜ ਵੀ ਲੋਕ ਉਸ ਵਿਚਾਰਧਾਰਾ ਵਾਲੇ ਲੋਕ ਹਿੱਤ ਨਹੀਂ ਖੜਦੇ ਆ ਕੇ, ਤੇ ਮੇਰੇ ਖਿਆਲ 'ਚ ਵੈਲਕਮ ਕਰਨ ਵਾਲੀ ਗੱਲ ਹੈ, ਕੋਈ ਗੱਲ ਹੈ ਨਹੀਂ। ਬਿਲਕੁਲ, ਮਤਲਬ ਕਿ ਉਹ ਜਿਹੜੇ ਹਾਂ ਬਿਲਕੁਲ ਕੈਨੇਡੀਅਨ ਦੇ ਨਾਲ ਜੇ ਆਣ ਕੇ ਖੜਦੇ ਵੀ ਆ ਉਹ, ਤੇ ਉਹਨਾਂ ਨੇ ਉੱਥੇ ਕਿਹੜਾ ਕੋਈ ਦਹਿਸ਼ਤ ਫੈਲਾਤੀ ਜਾਂ ਕੋਈ ਗਨਸ ਕੱਢ ਕੇ ਜਾਂ ਕਿਸੇ ਨੂੰ। ਮੈਂ ਹੁਣ ਇੱਕ ਲਾਸਟ ਸਵਾਲ ਆ, ਕੁਝ ਇੱਕ ਸਟੇਟਾਂ ਚਾਹ ਰਹੀਆਂ ਸੀਗੀਆਂ ਕਿ ਜਿਹੜਾ ਵਰਕ ਵੀਕ ਆ ਇਹਨੂੰ ਛੋਟਾ ਕੀਤਾ ਜਾਵੇ ਜੀ। ਸਟੇਟਾਂ ਮੇਲ ਦੁਨੀਆ ਭਰ 'ਚ ਚੱਲ ਰਿਹਾ, ਪਹਿਲਾਂ ਇੱਕ ਦੁਨੀਆ ਭਰ 'ਚ ਗੱਲ ਚੱਲ ਰਹੀ ਸੀਗੀ ਜਿਹੜੀ ਆ ਉਹ ਮਿਨੀਮਮ ਸੈਲਰੀ ਵਾਲੀ ਗੱਲ, ਕਿ ਕੋਈ ਬੰਦਾ ਭਾਵੇਂ ਅਰਬਾਪਤੀ ਕਰੋੜਾਪਤੀ ਆ, ਹਰ ਇੱਕ ਨੂੰ ਕੁਛ ਨਾ ਕੁਛ ਸੈਲਰੀ ਜਿਹੜੀ ਆ ਉਹ ਮਿਲਦੀ ਰਹੇ, ਕਿ ਉਹਦਾ ਚੱਲਦਾ ਰਹੇ। ਉਹ ਕਨਸੈਪਟ ਕਈ ਜਗ੍ਹਾ ਅਪਰੂਵ ਨਹੀਂ ਹੋਇਆ। ਸਵੀਡਨ ਦੀ ਸ਼ਾਇਦ ਤੁਸੀਂ ਉਹਨੂੰ ਫਾਲੋ ਕੀਤਾ ਹੋਵੇ, ਉੱਥੇ 77-78% ਵੋਟਾਂ ਨਾਲ ਫੇਲ ਹੋ ਗਿਆ ਸੀ ਕਿ ਇਹਦੇ ਨਾਲ ਲੋਕ ਜਿਹੜੇ ਆ ਉਹ ਆਲਸੀ ਹੋ ਜਾਣਗੇ, ਕੰਮ ਨਹੀਂ ਕਰਨਗੇ, ਵੀ ਘਰ ਆਉਂਦਾ ਹੀ ਆ ਕੀ ਲੋੜ ਆ। ਸਾਡੇ ਇੱਥੇ ਨਾਲ ਟਾਊਨ ਆ ਨਿਆਗਰਾ ਫਾਲ ਨੂੰ ਜਾਂਦੇ ਆ ਹੈਮਿਲਟਨ, ਉੱਥੇ ਵੀ 25 ਕੁ ਫੈਮਿਲੀ ਦੇ ਉੱਤੇ ਇੱਕ ਪ੍ਰੋਜੈਕਟ ਚੱਲ ਰਿਹਾ ਸੀਗਾ, ਪਾਇਲਟ ਪ੍ਰੋਜੈਕਟ, ਖਾਸ ਕਰਕੇ ਅਮਰੀਕਾ 'ਚ ਪ੍ਰਿਜ਼ਨੋ ਵਗੈਰਾ ਚੱਲ ਰਿਹਾ ਸੀ, 100 ਦੇ ਕਰੀਬ ਪਰਿਵਾਰਾਂ ਦੇ ਉੱਤੇ ਕਹਿ ਰਹੇ। ਹੁਣ ਇੱਕ ਕਨਸੈਪਟ ਚੇਂਜ ਹੋ ਗਿਆ ਥੋੜ੍ਹਾ ਜਿਹਾ, ਕਿ ਮਿਨੀਮਮ ਸੈਲਰੀ ਐ ਨਹੀਂ ਦਿਓ ਸਾਰਿਆਂ ਨੂੰ। ਹੁਣ ਇੱਕ ਚੀਜ਼ ਉਹ ਕਹਿ ਰਹੇ ਆ, ਜਿੱਦਾਂ ਦੁਬਈ ਨੇ ਪਹਿਲ ਕਰਤੀ ਕਿ 2.5 ਦਿਨਾਂ ਦਾ ਉਹਨਾਂ ਨੇ ਵੀਕਐਂਡ ਕਰਤਾ, ਫਰਾਈਡੇ ਹਾਫ ਡੇ ਕਰਤਾ। ਕਿਸੇ ਜ਼ਮਾਨੇ ਪਤਾ ਅੱਧੀ ਛੁੱਟੀ ਸਾਰੀ ਹੁੰਦੀ ਸੀ, ਸੈਚਰਡੇ ਬਾਲ ਸਭਾ ਹੁੰਦੀ ਸੀ ਤੇ ਅੱਧੀ ਛੁੱਟੀ ਹੁੰਦੀ ਸੀ, ਉਦੋਂ ਅਸੀਂ ਸਮਝਦੇ ਰਹੇ 1.5 ਦਿਨ ਦਾ ਹੁੰਦਾ ਸੀਗਾ ਵੀਕਐਂਡ, ਫਿਰ 2 ਦਿਨ ਦਾ ਹੋ ਗਿਆ, ਤੇ ਹੁਣ ਦੁਬਈ ਨੇ ਕਰਤਾ 2.5 ਦਿਨ ਦਾ। ਇੱਥੇ ਵੀ ਗੱਲ ਚੱਲ ਰਹੀ ਆ, ਅੱਜ ਹੀ ਇਹ ਖਬਰ ਜਿਹੜੀ ਅੱਜ ਹੀ ਜਿਹੜੇ ਤੇ ਮੇਨ ਚੈਨਲ ਨੂੰ ਤੇ ਆ ਰਹੀ ਆ ਕਿ ਸਾਡੇ ਪ੍ਰੀਮੀਅਰ ਨੇ ਕਿਹਾ ਆ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਇੰਡਸਟਰੀਅਲਿਸਟ ਨਾਲ ਤੇ ਲੋਕਾਂ ਨਾਲ ਕਿ ਤੁਸੀਂ ਇਹਨੂੰ 5 ਡੇ ਵੀਕ ਦੀ ਜਗ੍ਹਾ 4 ਡੇ ਵੀਕ ਕਰੋ ਜੀ। 4 ਦਿਨ ਲੋਕ ਕੰਮ ਤੇ ਜਾਣ, 3 ਦਿਨ ਕੰਮ ਨਾ ਕਰਨ। ਪਰ ਨਾਲ ਦੀ ਨਾਲ ਇਹ ਕਹਿ ਰਹੇ ਕਿ ਉਹ ਲੋਕ ਅਜੇ ਸਹਿਮਤ ਨਹੀਂ ਹੋ ਰਹੇ। ਇਹ ਵੀ ਕਿਹਾ ਗਿਆ ਕਿ ਤੁਸੀਂ ਭਾਵੇਂ ਆਵਰ 8 ਦੀ ਜਗ੍ਹਾ 10 ਘੰਟੇ ਦੀ ਸ਼ਿਫਟ ਕਰ ਦਿਓ। ਵੈਸੇ ਉਲਟ ਗੱਲ ਹੋ ਰਹੀ ਹੈ, ਪਹਿਲਾਂ ਕਹਿ ਰਹੇ 6 ਘੰਟੇ ਦੀ ਸ਼ਿਫਟ ਹੋਏਗੀ। ਮੈਂ ਤੁਹਾਨੂੰ ਇਹੀ ਜਵਾਬ ਦੇਣਾ ਚਾਹੁੰਦਾ ਸੀਗਾ, ਤੁਸੀਂ ਆਪ ਹੀ ਦੇਤਾ। ਅਸਲ 'ਚ
ਗੱਲ ਇਦਾਂ ਜੀ ਕਿ ਮੈਂ ਪਹਿਲੇ ਪਰ ਇਹਦੇ ਬਾਰੇ ਕੁਝ ਹੋਣ ਜਾ ਰਿਹਾ ਜੇ ਥੋੜੇ ਦਿਨਾਂ ਨਹੀਂ, ਤੱਕ? ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਇਹ ਹੋਣ ਜਾ ਨਹੀਂ ਰਿਹਾ, ਹੋ ਚੁੱਕਾ ਆ। ਹਾਂਜੀ। ਔਰ ਕਾਫੀ ਇੰਡਸਟਰੀਜ਼ ਜਿਹੜੀਆਂ ਆ ਉਹਨਾਂ ਨੇ ਸਿਰਫ ਇੱਕ ਤਾਂ ਉਹਨਾਂ ਨੂੰ ਲੇਬਰ ਘਟਾਤੀ ਉਹਨਾਂ ਨੇ, ਔਰ ਜਿਹੜੇ ਬੰਦੇ ਮਤਲਬ 8 ਘੰਟੇ ਕੰਮ ਕਰਦੇ ਸੀ ਉਹਨਾਂ ਤੋਂ 10 ਘੰਟੇ ਕੰਮ ਕਰਨਾ ਸ਼ੁਰੂ ਕਰਤਾ। ਔਰ ਜਿਹੜੇ ਬੰਦੇ ਮਤਲਬ ਜਿਹੜੀ ਸ਼ਿਫਟ ਸਟਾਰਟ ਹੁੰਦੀ ਸੀ 7 ਵਜੇ, ਉਹਨਾਂ ਦੀ ਸ਼ਿਫਟ ਜਿਹੜੀ ਉਹ 5 ਵਜੇ ਕਰਤੀ। ਮਤਲਬ ਕਿ ਉਹਨਾਂ ਨੂੰ ਉੱਠਣਾ ਕਿੰਨੇ ਵਜੇ ਪਊਗਾ? 3 ਵਜੇ। ਤੁਸੀਂ ਦੇਖੋ ਕਿ ਇਹ ਮਨੁੱਖਤਾ ਦੇ ਉੱਤੇ ਇੱਕ ਕਹਾਣ ਕਹਿ ਸਕਦਾ ਮੈਂ ਕਿ ਕਿੱਡਾ ਵੱਡਾ ਇੱਕ ਕਹਾਣ ਆ ਕਿ ਜਿਹੜਾ ਬੰਦਾ ਸਵੇਰੇ ਨਹੀਂ, ਪਰ ਉਹਦਾ ਐਕਸਟਰਾ ਪੇ ਕਰਨਗੇ ਕੋਈ ਜਿਹੜੇ 10 ਘੰਟੇ ਲੋੜਨਗੇ? ਮੇਰੀ ਗੱਲ ਸੁਣੋ ਗਿਲ ਸਾਹਿਬ, 40 ਆਵਰ ਦਾ ਵੀਕ ਮੰਨਿਆ ਜਾਂਦਾ ਨਾ ਜਨਰਲ ਲੇਬਰ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਗਿਲ ਸਾਹਿਬ ਇਹ ਜਿਹੜੀ ਗੱਲ ਕਰ ਰਹੇ ਆ ਉਹਦੇ ਨਾਲ ਤੁਸੀਂ ਦੇਖੋ ਕਿ ਨੀਂਦ ਜ਼ਰੂਰੀ ਨਹੀਂ ਹੈਗੀ। ਜਿਹੜਾ ਫੈਮਿਲੀ ਵਾਲਾ ਬੰਦਾ ਆ ਜਾਂ ਲੇਡੀ ਆ, ਉਹ ਵਿਚਾਰੇ ਕਿੱਥੋਂ ਮਤਲਬ ਕਿ ਸਵੇਰੇ ਉਹ 3 ਵਜੇ ਉੱਠੂਗੇ ਰੋਜ਼, ਔਰ ਰਾਤ ਨੂੰ ਤੁਹਾਨੂੰ ਪਤਾ ਹੀ ਹੈ ਕਿ 10 ਤਾਂ ਆਮ ਹੀ ਵੱਜ ਜਾਂਦੇ ਆ, 10-11 ਰਾਈਟ। ਪਰ ਉਹ ਤੇ ਕਹਿ ਰਿਹਾ ਫੈਮਿਲੀ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੇ, ਇਸ ਕਰਕੇ 3 ਦਿਨ ਆਫ ਦੇ ਰਹੇ ਆ। ਨਹੀਂ, ਹਾਊ ਇਜ਼ ਪੋਸੀਬਲ ਕਿ ਤੁਸੀਂ ਮਤਲਬ ਕਿ 3 ਵਜੇ ਸਵੇਰੇ ਉੱਠੋਗੇ, ਤੁਹਾਡੀ ਸਿਹਤ ਦੇ ਉੱਤੇ ਜਿਹੜਾ ਤੁਹਾਡੀ ਨਹੀਂ ਉਹ ਮੈਂ ਤੁਹਾਡੀ ਗੱਲ ਨਾਲ ਡਾਕਟਰ ਸਾਹਿਬ ਨਾਲ ਬੈਠੇ ਆ ਕਿ ਜਦੋਂ ਨੀਂਦ ਲੈਣੀ ਜ਼ਰੂਰੀ ਨਹੀਂ ਹੈਗੀ, ਕਿ ਸਾਡੀ ਜਿਹੜੀ ਰੂਟੀਨ ਦੀ ਨੀਂਦ ਆ ਉਹ ਟੁੱਟ ਗਈ। ਉਹ ਤੁਹਾਨੂੰ ਨੀਂਦ ਮਿਲੀ ਸਾਰੀ 4 ਘੰਟੇ, ਤੁਹਾਨੂੰ ਨੀਂਦ ਮਿਲਣੀ ਸੀ 6 ਘੰਟੇ। ਕਿਉਂ ਡਾਕਟਰ ਸਾਹਿਬ? ਯਾ ਸਲੀਪ ਇਜ਼ ਐਬਸੋਲੂਟਲੀ ਸਾਡੇ ਔਰ ਉਹਦੇ ਨਾਲ ਜਿਹੜਾ ਬੰਦਾ ਸਲੀਪ ਨਹੀਂ ਲੈਂਦਾ, ਉਹਦਾ ਬ੍ਰੇਨ ਦੇ ਉੱਤੇ ਕਿੰਨਾ ਜ਼ਿਆਦਾ ਮਾੜਾ ਅਸਰ ਹੋਊਗਾ। ਇਹ ਸਾਰਾ ਕੁਝ ਜਿਹੜਾ ਆ ਇਹ ਬਹੁਤ ਰਿਲੇਟਡ ਚੀਜ਼ਾਂ ਨੇ। ਇਹ ਬਹੁਤ ਵੱਡੀ ਕਨਸਪੀਰੇਸੀ ਹੈ ਕਿ ਲੋਕਾਂ ਨੂੰ ਮਾਰਨ ਦੀ ਸਾਜ਼ਿਸ਼ ਹੀ ਕਹਿ ਸਕਦਾ ਮੈਂ। ਕਿ ਤੁਸੀਂ ਦੇਖੋ ਵੀ ਯਾਰ ਕਿ ਐਡਾ ਵੱਡਾ ਮਤਲਬ ਕਿ ਛੜਯੰਤਰ ਕਿ ਤੁਸੀਂ ਜਿਹੜਾ ਬੰਦਾ ਜਿਹਨੇ 6 ਘੰਟੇ ਨੀਂਦ ਲੈਣੀ ਆ, ਉਹ ਵਿਚਾਰਾ 3 ਘੰਟੇ ਨੀਂਦ ਲਊਗਾ ਰੋਜ਼। ਔਰ ਸਵੇਰ ਤੋਂ ਲੈ ਕੇ ਉਹ ਸ਼ਾਮ ਤੱਕ ਉਹ ਇਹ ਕਹਿ ਲਓ ਕਿ 5 ਵਜੇ ਦੀ ਸ਼ਿਫਟ ਸਟਾਰਟ ਹੋਊਗੀ ਤੇ ਸ਼ਾਮ ਨੂੰ 5 ਵਜੇ ਤੱਕ ਸ਼ਿਫਟ ਉਹਦੀ ਹੋਊਗੀ, ਜਿਹੜੇ 12 ਘੰਟੇ ਜਾਂ ਕਹਿ ਲਓ ਕਿ 10 ਘੰਟੇ ਘਰ ਆਉਂਦੇ ਤੱਕ 12 ਘੰਟੇ। ਪਰ ਉਹ ਆਪਾਂ ਇੱਕ ਪੁਆਇੰਟ ਭੁੱਲ ਰਿਹਾ, ਇੱਕ ਚੀਜ਼ ਕਰ ਰਹੇ ਦੂਜੀ ਭੁੱਲ ਰਹੇ ਆ। ਮੈਂ ਵੈਸੇ ਚਾਹੁੰਦਾ ਵੀ ਇਸ ਇਸ਼ੂ ਦੇ ਉੱਤੇ ਆਪਾਂ ਨੈਕਸਟ ਪ੍ਰੋਗਰਾਮ ਕਰਾਂਗੇ। ਬਹੁਤ ਇੰਪੋਰਟੈਂਟ ਗੱਲ ਹੈ ਇਹ ਤੇ ਆਪਾਂ ਗੱਲ ਕਰਦੇ ਆ ਕਿ ਕਿਹੜਾ ਮਿਨੀਮਮ ਵੇਜਸ ਵਾਲਾ ਕਨਸੈਪਟ ਕੀ 6 ਘੰਟੇ ਦੀ ਸ਼ਿਫਟ ਕਿਉਂ ਕਰਨੀ ਚਾਹੁੰਦੇ ਸੀ, ਹੁਣ 3 ਦਿਨ ਦੀ ਰੈਸਟ ਕਿਉਂ ਦੇਣੀ ਚਾਹੁੰਦੇ ਆ, ਇਹਦੇ ਨਾਲ ਪ੍ਰੋਡਕਟਿਵਿਟੀ ਤੇ ਕੀ ਫਰਕ ਪਏਗਾ, ਸਾਡੀ ਜਿਹੜੀ ਆਮ ਜ਼ਿੰਦਗੀ ਜੀਵਨ ਦਾ ਜਿਹੜਾ ਸਟਾਈਲ ਹੈ ਉੱਤੇ ਕੀ ਫਰਕ ਪਊਗਾ। ਆਪਾਂ ਇੱਥੇ ਪ੍ਰੋਗਰਾਮ ਵੱਖਰਾ ਕਰਾਂਗੇ। ਮੈਨੂੰ ਲੱਗਦਾ ਕਿ ਬੜਾ ਇੰਪੋਰਟੈਂਟ ਇਸ਼ੂ ਆ ਜਿਹੜਾ ਸਾਡੇ ਸਮਾਜ 'ਚ ਇਸ ਵੇਲੇ ਚੱਲ ਰਿਹਾ। ਚਾਹੀਦਾ ਜੀ, ਬਹੁਤ ਹੀ ਜ਼ਰੂਰੀ ਆ, ਕਿਉਂਕਿ ਇਹ ਤਾਂ ਹੁਣ ਲਾਈਕ ਪੂੰਜੀਪਤੀਆਂ ਨੇ ਇਹ ਕਹਿ ਲਓ ਕਿ ਡਿਕਟੇਟਰਸ਼ਿਪ ਆ ਕਿ ਭਾਈ ਤੁਸੀਂ ਇੰਨੇ ਦਿਨ ਕੰਮ ਕਰਨਾ, ਇੰਨੇ ਦਿਨ ਘਰ ਬੈਠਣਾ। ਭਾਈ ਲਾਸਟ ਮਿੰਟ ਕੋਈ ਤੁਹਾਡਾ ਕਮੈਂਟ ਕੋਈ ਇਸ ਗੱਲ ਨੂੰ ਜਿਹੜੀ ਤੁਹਾਡੇ ਮਨ 'ਚ ਹੋਵੇ ਵੀ ਆਪਾਂ ਕਰਨੀ ਸੀ ਉਹ ਰਹਿ ਗਈ ਹੋਵੇ, ਕੋਈ ਐਸੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੋਵੇ? ਬੇਸਿਕਲੀ ਜੇ ਇਹ ਮੈਂ ਤਾਂ ਗੁਰੂ ਤੇਗ ਬਹਾਦਰ ਦੀ ਐਗਜ਼ਾਮਪਲ ਦਊਂਗਾ ਜੀ। ਮੈਂ ਅਗੇਨ ਆਈ ਥਿੰਕ ਦ ਮੋਰ ਇੰਪੋਰਟੈਂਟ ਇਸ਼ੂ ਇਜ਼ ਫੋਰਸਡ ਵੈਕਸੀਨੇਸ਼ਨਸ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਇਸ ਕਰਕੇ ਨਹੀਂ ਦਿੱਤੀ ਕਿ ਹਿੰਦੂਆਂ ਨੂੰ ਬਚਾਉਣਾ, ਉਹਨਾਂ ਨੇ ਇਸ ਕਰਕੇ ਸ਼ਹੀਦੀ ਦਿੱਤੀ ਕਿ ਈਵਨ ਦੋ ਮੈਂ ਉਹਨਾਂ ਦੇ ਜੋ ਵਿਚਾਰਧਾਰਾ ਨਾਲ ਮੈਂ ਐਗਰੀ ਨਹੀਂ ਕਰਦਾ, ਪਰ ਯੂ ਹੈਵ ਅ ਰਾਈਟ ਟੂ ਬਿਲੀਵ, ਤੇ ਮੈਂ ਉਹਦੇ ਵਾਸਤੇ ਮੇਰਾ ਸਿਰ ਵੱਢਿਆ ਜਾਵੇ ਮੈਨੂੰ ਪਰਵਾਹ ਨਹੀਂ। ਗੱਲ ਇਹ ਆ ਤੁਸੀਂ ਵੈਕਸੀਨ ਲਵਾਉਣੀ ਲਵਾਓ, ਤੁਹਾਡੀ ਇੱਛਾ ਆ, ਪਰ ਤੁਸੀਂ ਕਿਸੇ ਦਾ ਖਾਣ ਪੀਣ, ਕਿਸੇ ਦੇ ਬੱਚੇ, ਕਿਸੇ ਦੀ ਲਾਈਵਲੀਹੁੱਡ ਨਾ ਖੋਵੋ। ਦੈਟ ਇਜ਼ ਵਾਟ ਵੀ ਨੀਡ ਟੂ ਸਟੇ ਫੋਕਸਡ ਔਨ। ਤੇ ਜਦੋਂ ਤੱਕ ਅਸੀਂ ਲਵਾਈ ਜਾਵਾਂਗੇ ਜੀ, ਇਹ ਮੁੱਕਣੀਆਂ ਨਹੀਂ ਜੀ ਵੈਕਸੀਨ। ਇਹ ਇੱਕ ਤੋਂ ਬਾਅਦ 3 4 5 6 7 8 9 10 ਜਦੋਂ ਤੱਕ ਤੁਸੀਂ 12 ਲਵਾਉਣੀਆਂ ਆ, ਯੂ ਆਰ ਗੋਨ, ਯੂ ਆਰ ਡਿਪੈਂਡੈਂਟ ਔਨ ਦ ਸਿਸਟਮ ਫॉर ਰੈਸਟ ਆਫ ਦ ਲਾਈਫ। ਤੁਸੀਂ ਗਿੱਲ ਸਾਹਿਬ ਕੋਈ ਗੱਲ ਜਿਹੜੀ ਤੁਹਾਨੂੰ ਲੱਗਦਾ ਹੋਵੇ ਵੀ ਮੈਨੂੰ ਕਰਨੀ ਬਹੁਤ ਜ਼ਰੂਰੀ ਸੀ ਪਰ ਅਸੀਂ ਨਹੀਂ ਕਰ ਸਕੇ ਅੱਜ? ਹਾਂਜੀ, ਮੈਂ ਵੀ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਜੀ ਕਿ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਸਾਨੂੰ ਇਹਨਾਂ ਦੇ ਹਿਸਾਬ ਨਾਲ ਨਹੀਂ, ਸਾਨੂੰ ਆਪਣੀ ਬਾਡੀ ਦੇ ਹਿਸਾਬ ਨਾਲ ਚੱਲਣਾ ਪੈਣਾ ਕਿ ਮੇਰੀ ਬਾਡੀ ਨੂੰ ਕੋਈ ਕਿੱਦਾਂ ਇਨਸਿਸਟ ਕਰਕੇ ਕਿ ਉਹਦੇ ਵਿੱਚ ਕੋਈ ਜ਼ਹਿਰ ਪਾ ਦਊਗਾ, ਮਤਲਬ ਇਹ ਸਾਰਾ ਕੁਝ ਕਿਉਂ ਹੋਊਗਾ। ਮੈਂ ਚਾਹੁੰਦਾ ਕਿ ਮੈਂ ਨਹੀਂ ਲਗਾਉਣੀ, ਦੈਟਸ ਇਟ। ਕਿ ਕੋਈ ਮੇਰੇ ਤੇ ਕਿਉਂ ਪ੍ਰੈਸ਼ਰਾਈਜ਼ ਪਾਵੇ ਕਿ ਮੈਨੂੰ ਕੰਡੀਸ਼ਨਲ ਕਿ ਤੇਰੀ ਤੁਹਾਡਾ ਕੰਸਰਨ ਸਿਰਫ ਤੇ ਸਿਰਫ ਮਨੁੱਖੀ ਫਰੀडम ਦੇ ਨਾਲ? ਬਿਲਕੁਲ ਜੀ, ਬਿਲਕੁਲ ਬੇਸਿਕ ਤੁਹਾਡਾ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਸਾਡੀਆਂ ਹਿਊਮਨ ਰਾਈਟਸ ਦੇ ਨਾਲ ਆ। ਬਹੁਤ ਤੁਹਾਡਾ ਦੋਨਾਂ ਦਾ ਸ਼ੁਕਰੀਆ। ਆਪਾਂ ਜਿਹੜੀ ਦੂਜੀ ਮਿਨੀਮਮ ਸੈਲਰੀ ਵਾਲੀ ਗੱਲ ਤੇ ਜਿਹੜੇ ਦੂਜੀ ਆਪਾਂ ਡਿਸਕਸ ਕਰ ਰਹੇ ਸੀ ਪ੍ਰੋਗਰਾਮ 'ਚ, ਇੰਨਾ ਸਮਾਂ ਨਹੀਂ ਕਿ ਉੱਤੇ ਕਰੀਏ, ਉਹ ਬੜਾ ਇੰਪੋਰਟੈਂਟ ਫੈਕਟਰ ਹੈ। ਉੱਤੇ ਆਪਾਂ ਕਿਸੇ ਦਿਨ ਫਿਰ ਜਿਸ ਤਰ੍ਹਾਂ ਤੁਹਾਡੇ ਕੋਲ ਸਮਾਂ ਮਿਲੇ ਆਪਾਂ ਉੱਤੇ ਡਿਟੇਲ 'ਚ ਗੱਲ ਕਰਾਂਗੇ। ਸਾਡੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਕਿੱਦਾਂ ਲੱਗਾ ਸਾਨੂੰ ਜ਼ਰੂਰ ਇਹਦੇ ਬਾਰੇ ਫੀਡਬੈਕ ਦੇਣ।
ਸਾਡੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਹੁੰਦੇ ਨੇ, ਸਾਡੇ ਆਪਣੇ ਪ੍ਰੋਗਰਾਮ ਦੇਖਣ ਤੋਂ ਬਾਅਦ ਜਾਂ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੁੰਦੇ ਹੋ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਗਿੱਲ ਸਾਹਿਬ ਤੇ ਹਰਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਹਾਂਜੀ, ਮੈਂ ਥੋੜਾ ਦੱਸਣਾ ਚਾਹੁੰਦਾ ਕਿ ਮੇਰਾ ਨੰਬਰ ਸਕਰੀਨ ਤੇ ਮੇਰਾ ਗੱਲ ਨਹੀਂ ਸ਼ੋ ਹੋ ਰਿਹਾ, 6476064931। ਕਿਸੇ ਸਰੋਤੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤੇ ਮੈਂ ਜ਼ਰੂਰ ਇੱਕ ਵਾਰੀ ਫਿਰ ਰਿਪੀਟ ਆਰਾਮ ਨਾਲ ਪੰਜਾਬੀ ਚ ਵੀ ਕਰ ਦਿਓ ਜੀ। 647 606 ਹਾਂਜੀ 4931 6476064931 ਜੀ। ਤੁਸੀਂ ਵੈਕਸੀਨ ਦੇ ਸੰਬੰਧ ਚ, ਇਸ ਮੂਵਮੈਂਟ ਦੇ ਸੰਬੰਧ ਚ ਜਾਂ ਹਿਊਮਨ ਰਾਈਟਸ ਦੀ ਜਿਹੜੀ ਇਹ ਸਟਰਗਲ ਕਹਿ ਰਹੇ ਨੇ ਉਹਦੇ ਸੰਬੰਧ ਚ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਪ੍ਰੇਮ ਗਿੱਲ ਨਾਲ 6476064931 ਦੇ ਉੱਤੇ ਸੰਪਰਕ ਕਰ ਲਓ। ਇਹ ਤੁਹਾਨੂੰ ਵਧੇਰੇ ਜਾਣਕਾਰੀ ਜਿਹੜੀ ਖੁੱਲ੍ਹ ਕੇ ਦੇ ਸਕਣਗੇ। ਸਾਡੀਆਂ ਕੋਈ ਲਿਮਿਟੇਸ਼ਨ ਹੁੰਦੀਆਂ ਟੀਵੀ ਦੇ ਉੱਤੇ, ਕਈ ਵਾਰ ਕੁਝ ਇੱਕ ਚੀਜ਼ਾਂ ਨਹੀਂ ਵੀ ਕੀਤੀਆਂ ਜਾ ਸਕਦੀਆਂ ਜਾਂ ਕੁਝ ਇੱਕ ਚੀਜ਼ਾਂ ਲਿਮਿਟਡ ਸਮੇਂ 'ਚ ਨਹੀਂ ਸਮਝਾਈਆਂ ਜਾ ਸਕਦੀਆਂ। ਤੁਸੀਂ ਫੋਨ ਤੇ ਇਹਨਾਂ ਨਾਲ ਰਾਬਤਾ ਕਰ ਲਓ ਤੇ ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਹ ਦੇ ਸਕਣਗੇ। ਤੁਹਾਡਾ ਫਿਰ ਇੱਕ ਵਾਰੀ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ। ਧੰਨਵਾਦ।